ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੰਗ ਤਾਂ ਜ਼ਰੂਰ ਇਸ ਦੀ ਬਾਰ-ਬਾਰ ਉੱਠ ਰਹੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ, ਪਰ ਹਾਲੇ ਤੱਕ ਇਸ ਮੁੱਦੇ ਤੇ ਸਿਆਸਤ ਤਾਂ ਖੂਬ ਹੋਈ ਹੈ, ਪਰ ਹਾਲੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਹ ਮਾਮਲਾ ਜਿਉਂ ਦਾ ਤਿਉਂ ਖੜਾ। ਹਵਾਰਾ ਕਮੇਟੀ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਕਹਿਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਚ ਬਾਦਲ ਪਰਿਵਾਰ ਸਿਆਸੀ ਫਾਇਦਾ ਲੈਣਾ ਚਾਹੁੰਦਾ। ਇਹ ਬੰਦੀ ਸਿੰਘਾਂ ਨੂੰ ਕਹਿਣ ਵਾਸਤੇ ਇਹ ਤਾਂ ਬਣ ਹੀ ਨਹੀਂ ਸਕਦੇ। ਇਹ ਕਿਹੜੇ ਮੂੰਹ ਨਾਲ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਕਾਤਲਾਂ ਨੂੰ, ਨੌਜਵਾਨਾਂ ਦੇ ਕਾਤਲ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਹੋਵੇ। ਇਹ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਨੇ। ਮਾਜੀ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਦਾ ਕਹਿਣਾ ਕਿ ਕਾਤਲ ਪੁਲਿਸ ਅਫਸਰਾਂ ਨੂੰ ਉੱਚ ਅਹੁਦੇ ਦੇਣ ਵਾਲੇ ਬਾਦਲ ਕੇ ਬੰਦੀ ਸਿੰਘਾਂ ਦੇ ਲਈ ਸੁਹਿਰਦ ਨਹੀਂ। ਗਨਮੈਨ ਲੈਣ ਵਾਸਤੇ KPS ਕੋਲ ਜਾ ਪਹੁੰਚਦੇ ਸੀ। ਇਹਦਾ ਕਦੇ ਬਾਦਲ ਸਾਹਿਬ ਨੇ ਸਪਸ਼ਟੀਕਰਨ ਨਹੀਂ ਦਿੱਤਾ ਕਿ ਕਿੰਨੇ ਆਗੂ ਨੇ ਇਲਜ਼ਾਮ ਲਾਤਾ। ਨੌਜਵਾਨਾਂ ਦਾ ਕਾਤਲ ਤੇ ਪੰਥਕ ਅਖੌਤੀ ਪੰਥਕ ਆਗੂਆਂ ਨੇ ਉਹਨੂੰ ਲਿਆ ਕੇ ਪੰਜਾਬ ਪੁਲਿਸ ਦਾ ਮੁਖੀ ਲਾਤਾ। ਰਾਮੂ ਵਾਲੇ ਦੀ ਹਾਜ਼ਰੀ 'ਚ ਸੁਖਬੀਰ ਬਾਦਲ ਨੇ ਜਥੇਦਾਰ ਨੂੰ ਕੀਤਾ ਸੀ ਨਲਵੀ ਅਤੇ ਝਿੰਡਾ ਨੂੰ ਛੇਕਣ ਦਾ ਹੁਕਮ। ਮੈਂ ਸਮਝਦਾ ਕਿ ਅੱਜ ਦੇ ਦਿਨ ਦੇ ਵਿੱਚ ਸਭ ਤੋਂ ਵੱਡਾ ਇਲਜ਼ਾਮ ਹੈ ਜਿਹਦੀਆਂ ਬਾਕੀ ਜਥੇਬੰਦੀਆਂ ਵੀ ਗੱਲ ਕਰਦੀਆਂ ਸੀ ਕਿ ਬਾਦਲ ਪਰਿਵਾਰ ਕਿਵੇਂ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਸਿਆਸੀ ਮਫਾਦਾਂ ਲਈ ਵਰਤ ਰਿਹਾ ਹੈ। ਲੋਕਾਂ ਦੇ ਵਿੱਚ ਅਕਸਰ ਚਰਚਾ ਸੀ ਕਿ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਮਫਾਦਾਂ ਲਈ ਬਹੁਤ ਵੱਡੀ ਪੱਧਰ ਤੇ ਵਰਤਿਆ ਕਿ ਇਸ ਬੰਦੇ ਤੋਂ ਫਕਰੇ ਕੌਮ ਦਾ ਅਵਾਰਡ ਵਾਪਸ ਲਿਆ ਜਾਵੇ ਤੇ ਅਕਾਲ ਤਖਤ ਦਾ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਦੇਸ਼ ਜਾਰੀ ਕਰੇ ਕਿ ਤੁਹਾਡਾ ਕਿਰਦਾਰ ਇਹ ਐਡਾ ਵੱਡਾ ਪੁਰਸਕਾਰ ਲੈਣ ਦੇ ਬਰਾਬਰ ਨਹੀਂ। ਇਹਦੇ ਬਾਰੇ ਸਪਸ਼ਟੀਕਰਨ ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਨੂੰ ਦੇਣਾ ਚਾਹੀਦਾ ਹੈ। ਇਹ ਮਾਮਲਾ ਬਹੁਤ ਵੱਡਾ ਉੱਠ ਖੜਿਆ। ਜੇ ਜਥੇਦਾਰ ਸਾਹਿਬ ਇਹਦੇ ਤੇ ਨਾ ਬੋਲੇ ਤਾਂ ਲੋਕ ਇਹ ਸਮਝਣਗੇ ਕਿ ਉਹ ਵੀ ਇਸ ਮਿਲੀ ਭੁਗਤ ਦੇ ਵਿੱਚ ਕਿਤੇ ਸ਼ਾਮਲ ਤਾਂ ਨਹੀਂ। ਸ਼੍ਰੋਮਣੀ ਕਮੇਟੀ 1 ਮਹੀਨੇ ਬਾਅਦ ਵੀ ਸ੍ਰੀ ਦਰਬਾਰ ਸਾਹਿਬ ਦੇ ਪ੍ਰਸਾਰਣ ਦੇ ਪ੍ਰਬੰਧ ਦੇ ਵਿੱਚ ਅਸਮਰੱਥ ਰਹੀ। ਪਹਿਲਾਂ ਜੇ ਉਦੋਂ ਜਦੋਂ ਕਰੋਨਾ ਦੇ ਵਿੱਚ ਆਨੰਦਪੁਰ ਸਾਹਿਬ ਦਾ ਘਪਲਾ ਸਹੀ ਤਰੀਕੇ ਨਾਲ ਨਜਿੱਠਿਆ ਹੁੰਦਾ, 328 ਸਰੂਪਾਂ ਦਾ ਮਾਮਲਾ ਸਹੀ ਤਰੀਕੇ ਨਾਲ ਨਜਿੱਠਿਆ ਹੁੰਦਾ, ਪਤਾ ਲੱਗਦਾ ਕਿ ਦੋਸ਼ੀ ਨੂੰ ਸਜ਼ਾ ਮਿਲਣੀ ਹੈ ਇੱਥੇ, ਤੇ ਦੂਜਾ ਬੰਦਾ ਜੁਰਤ ਨਾ ਕਰਦਾ। ਇਹਨਾਂ ਦੀ ਜੁਰਤ ਪੈ ਜਾਵੇ ਗੁਰੂ ਦੀ ਗੋਲਕ ਦੇ ਪੈਸਿਆਂ ਦੇ ਨਾਲ ਖਿਲਵਾੜ ਕਰਨ ਦੀ। ਕਿਸਾਨਾਂ ਦੇ ਅਜਿਹੇ ਹਲੇ ਵਾਅਦੇ ਨੇ ਜਿਹੜੇ ਉਹ ਬਾਕੀ ਪਏ ਨੇ, ਜਿਹੜੇ ਹਲੇ ਪੂਰੇ ਨਹੀਂ ਹੋਏ, ਜਿਸ ਨੂੰ ਲੈ ਕੇ ਸਤਿਆਪਾਲ ਮਲਿਕ ਨੇ ਵੀ ਇਸ ਦੇ ਉੱਤੇ ਆਪਣਾ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਕਿ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਹਲੇ ਤੱਕ ਪੂਰੇ ਉਹ ਨਹੀਂ ਹੋਏ ਨੇ। ਅੱਜ ਨਹੀਂ, ਜਦੋਂ ਕਿਸਾਨ ਉੱਥੇ ਸੰਘਰਸ਼ ਕਰ ਰਹੇ ਸੀ, ਇਹ ਸਤਿਆਪਾਲ ਮਲਿਕ ਉਦੋਂ ਵੀ ਕਿਸਾਨਾਂ ਦੇ ਹੱਕ 'ਚ ਗੱਲ ਕਰਦੇ ਹੁੰਦੇ ਸੀ। ਉਹਨਾਂ ਦਾ ਕਹਿਣਾ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦੇ ਨਾਲ MSP ਦਾ, ਕੇਸ ਵਾਪਸ ਕਰਨ ਦਾ, ਕਾਲੇ ਕਾਨੂੰਨ ਵਾਪਸ ਲੈ ਲਏ, ਠੀਕ ਹੈ, ਇਹ ਗੱਲ ਸਾਰਿਆਂ ਨੂੰ ਪਤਾ ਹੈ, ਪਰ ਜਿਹੜੇ ਬਾਕੀ ਵਾਅਦੇ ਸੀ ਉਹ ਤੁਸੀਂ ਪੂਰੇ ਨਹੀਂ ਕੀਤੇ। ਇਸ ਕਰਕੇ ਮੌਕਾ ਆ ਗਿਆ, ਤੁਸੀਂ ਜੋ ਕੁਝ ਵੀ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਉਹਨਾਂ ਵਾਅਦਿਆਂ ਨੂੰ ਸਿਰੇ ਚਾੜੋ। ਹਾਈ ਕਮਾਨ ਸੋਨੀਆ ਗਾਂਧੀ ਦਾ ਕਹਿਣਾ ਹੈ ਕਿ ਪਾਰਟੀ ਨੂੰ ਮੁੜ ਸੁਰਜੀਤ ਕਰਨ ਦੇ ਲਈ ਕੋਈ ਜਾਦੂ ਦੀ ਛੜੀ ਨਹੀਂ ਹੈ। 13, 14 ਤੇ 15 ਮਈ ਨੂੰ ਇੱਕ ਵੱਡਾ ਜਿਹੜਾ ਇਹਨਾਂ ਦਾ ਵਿਚਾਰ ਕੈਂਪ ਹੈ, ਆਤਮ ਮੰਥਨ ਕੈਂਪ, ਉਹ ਲਾਉਣ ਜਾ ਰਹੀ ਹੈ। ਉੱਥੇ ਕਹਿੰਦੇ ਸਿਰ ਜੋੜ ਕੇ ਕਾਂਗਰਸੀ ਬੈਠਣਗੇ। 400 ਦੇ ਕਰੀਬ ਭਾਰਤ ਵਰਸ਼ ਚੋਂ ਸੀਨੀਅਰ ਕਾਂਗਰਸੀ ਆਗੂਆਂ ਨੇ ਉਸ ਚਿੰਤਨ ਕੈਂਪ ਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਹੈ ਤੇ ਉਹ ਚਿੰਤਨ ਕੈਂਪ ਦੇ ਵਿੱਚ ਕਹਿੰਦੇ ਸਿਰ ਜੋੜ ਕੇ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਨੇ ਕਿ ਕਾਂਗਰਸ ਦਾ ਜਿਹੜਾ ਇਹ ਨਿਗਾਰ ਆਇਆ ਹੈ ਉਹ ਕਿਵੇਂ ਆਇਆ ਹੈ। ਸਤਿ ਸ਼੍ਰੀ ਅਕਾਲ, ਮੈਂ ਰੀਨਤੀ ਮਾਨ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਲੈ ਕੇ ਚਰਚਾ ਕਰਾਂਗੇ ਕਿਸਾਨਾਂ ਨੂੰ ਲੈ ਕੇ ਕਿ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਹਾਲੇ ਤੱਕ ਪੂਰੇ ਨਹੀਂ ਹੋਏ, ਇਹ ਕਹਿਣਾ ਸਤਿਆਪਾਲ ਮਲਿਕ ਦਾ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਕਿਉਂਕਿ ਲਗਾਤਾਰ ਮੰਗ ਤਾਂ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ, ਪਰ ਹਾਲੇ ਤੱਕ ਵੀ ਇਹ ਮਾਮਲਾ ਜਿਉਂ ਦਾ ਤਿਉਂ ਖੜਿਆ। ਉੱਥੇ ਹੀ
ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਚ ਬਾਦਲ ਪਰਿਵਾਰ ਲੈਣਾ ਚਾਹੁੰਦੇ ਨੇ ਸਿਆਸੀ ਫਾਇਦਾ। ਇਹ ਕਹਿਣਾ ਹੈ ਹਵਾਰਾ ਕਮੇਟੀ ਦਾ। ਇਸ ਤੇ ਗੱਲਬਾਤ ਕਰਾਂਗੇ ਤੇ ਨਾਲ ਹੀ ਚਰਚਾ ਕਰਾਂਗੇ ਕਾਂਗਰਸ ਪਾਰਟੀ ਨੂੰ ਲੈ ਕੇ ਕਿ ਕਾਂਗਰਸ ਪਾਰਟੀ ਦੀ ਜੋ ਹਾਰ ਹੋਈ ਆ ਉਸ ਨੂੰ ਲੈ ਕੇ ਲਗਾਤਾਰ ਕਾਂਗਰਸ ਪਾਰਟੀ ਦੇ ਵੀ ਬਿਆਨ ਸਾਹਮਣੇ ਆ ਰਹੇ ਨੇ। ਸੋਨੀਆ ਗਾਂਧੀ ਦਾ ਕਹਿਣਾ ਕਿ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਕੋਈ ਜਾਦੂ ਦੀ ਛੜੀ ਨਹੀਂ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਜੀ, ਬਹੁਤ-ਬਹੁਤ ਮਿਹਰਬਾਨੀ ਜੀ। ਢਿੱਲੋਂ ਜੀ ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਕਿਸਾਨਾਂ ਨੂੰ ਲੈ ਕੇ, ਕਿਉਂਕਿ ਕਿਸਾਨਾਂ ਦੇ ਅਜਿਹੇ ਹਲੇ ਵਾਅਦੇ ਨੇ ਜਿਹੜੇ ਉਹ ਬਾਕੀ ਪਏ ਨੇ, ਜਿਹੜੇ ਹਲੇ ਪੂਰੇ ਨਹੀਂ ਹੋਏ, ਜਿਸ ਨੂੰ ਲੈ ਕੇ ਸਤਿਆਪਾਲ ਮਲਿਕ ਨੇ ਵੀ ਇਸ ਦੇ ਉੱਤੇ ਆਪਣਾ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਹਲੇ ਤੱਕ ਪੂਰੇ ਉਹ ਨਹੀਂ ਹੋਏ ਨੇ। ਦੇਖੋ, ਜਿਹੜੇ ਸਤਿਆਪਾਲ ਮਲਿਕ ਨੇ ਇਹ ਮੇਘਾਲਿਆ ਦੇ ਗਵਰਨਰ ਨੇ ਜੀ। ਬਿਲਕੁਲ ਬੰਦਾ ਇਹ ਭਾਰਤੀ ਜਨਤਾ ਪਾਰਟੀ ਦਾ ਬਿਲਕੁਲ, ਪਰ ਪਤਾ ਨਹੀਂ ਕਦੋਂ ਸਰਸਵਤੀ ਕਿਸੇ ਬੰਦੇ ਦੇ ਉੱਤੇ ਆ ਜਾਵੇ। ਉਹਨੇ ਅੱਜ ਨਹੀਂ, ਜਦੋਂ ਕਿਸਾਨ ਉੱਥੇ ਸੰਘਰਸ਼ ਕਰ ਰਹੇ ਸੀ, ਇਹ ਸਤਿਆਪਾਲ ਮਲਿਕ ਉਦੋਂ ਵੀ ਕਿਸਾਨਾਂ ਦੇ ਹੱਕ 'ਚ ਗੱਲ ਕਰਦੇ ਹੁੰਦੇ ਸੀ। ਉਹਨਾਂ ਦਾ ਕਹਿਣਾ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦੇ ਨਾਲ MSP ਦਾ, ਕੇਸ ਵਾਪਸ ਕਰਨ ਦਾ, ਕਾਲੇ ਕਾਨੂੰਨ ਵਾਪਸ ਲੈ ਲਏ, ਠੀਕ ਹੈ, ਇਹ ਗੱਲ ਸਾਰਿਆਂ ਨੂੰ ਪਤਾ ਹੈ, ਪਰ ਜਿਹੜੇ ਬਾਕੀ ਵਾਅਦੇ ਸੀ ਉਹ ਤੁਸੀਂ ਪੂਰੇ ਨਹੀਂ ਕੀਤੇ। ਇਸ ਕਰਕੇ ਮੌਕਾ ਆ ਗਿਆ, ਤੁਸੀਂ ਜੋ ਕੁਝ ਵੀ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਉਹਨਾਂ ਵਾਅਦਿਆਂ ਨੂੰ ਸਿਰੇ ਚਾੜੋ, ਉਹਨਾਂ ਨੂੰ ਪੂਰੇ ਕਰੋ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਿਹੜਾ ਹੈਗਾ ਤੁਹਾਡੇ ਤੇ ਭਰੋਸਾ ਕਰ ਸਕੇ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਸ ਕਿਸਮ ਦੀਆਂ ਗੱਲਾਂ ਕਰਦਾ ਹੈ, ਜਿਹਦੇ ਨਾਲ ਜਿਹੜੀ ਗੱਲ ਉਹ ਕਰਕੇ ਆਉਂਦਾ ਹੈ ਉਸ ਗੱਲ ਤੇ ਖਰਾ ਉਤਰਦਾ ਹੈ, ਪਰ ਅਜੇ ਤੱਕ ਤੁਸੀਂ ਖਰੇ ਨਹੀਂ ਉਤਰੇ। ਇਸ ਕਰਕੇ ਕਿਰਪਾ ਕਰੋ ਕਿ ਇਹਨਾਂ ਮਾਮਲਿਆਂ ਦੇ ਵਿੱਚ ਖਰਾ ਉਤਰਨ ਦਾ ਯਤਨ ਕਰੋ। ਜੀ। ਢਿੱਲੋਂ ਜੀ, ਰਾਮੂ ਵਾਲੀਆ ਦੀ ਹਾਜ਼ਰੀ 'ਚ ਸੁਖਬੀਰ ਬਾਦਲ ਨੇ ਜਥੇਦਾਰ ਨੂੰ ਕੀਤਾ ਸੀ ਨਲਵੀ ਅਤੇ ਝਿੰਡਾ ਨੂੰ ਛੇਕਣ ਦਾ ਹੁਕਮ। ਇਹ ਮੈਂ ਸਮਝਦਾ ਕਿ ਅੱਜ ਦੇ ਦਿਨ ਦੇ ਵਿੱਚ ਸਭ ਤੋਂ ਵੱਡਾ ਇਲਜ਼ਾਮ ਹੈ, ਜਿਹਦੀਆਂ ਬਾਕੀ ਜਥੇਬੰਦੀਆਂ ਵੀ ਗੱਲ ਕਰਦੀਆਂ ਸੀ ਕਿ ਬਾਦਲ ਪਰਿਵਾਰ ਕਿਵੇਂ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਸਿਆਸੀ ਮਫਾਦਾਂ ਲਈ ਵਰਤ ਰਿਹਾ ਹੈ। ਇਹ ਉਹੀ ਬਾਦਲ ਪਰਿਵਾਰ ਹੈ ਜਿਨ੍ਹਾਂ ਦੇ ਰਾਜ ਦੇ ਵਿੱਚ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ, ਲਲਕਾਰ ਕੇ ਚੋਰੀ ਹੁੰਦੀ ਹੈ ਤੇ ਉਹਦਾ ਕੁਝ ਨਿਕਲਦਾ ਨਹੀਂ। ਅੱਜ ਬਾਦਲ ਪਰਿਵਾਰ ਜਿਸ ਹਾਸ਼ੀਏ ਤੇ ਜਾ ਕੇ ਬਹਿ ਗਿਆ, ਅਜੇ ਨੇੜ ਭਵਿੱਖ ਦੇ ਵਿੱਚ ਉਹ ਕਿਤੇ ਮੁੜ ਲਾਈਨ ਤੇ ਚਰਨ ਦੀ ਸਮਰੱਥਾ ਨਹੀਂ ਰੱਖਦਾ। ਲੋਕਾਂ ਦੇ ਵਿੱਚ ਅਕਸਰ ਚਰਚਾ ਸੀ ਕਿ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਮਫਾਦਾਂ ਲਈ ਬਹੁਤ ਵੱਡੀ ਪੱਧਰ ਤੇ ਵਰਤਿਆ। ਇਹ ਵੀ ਲੋਕਾਂ ਦੇ ਵਿੱਚ ਚਰਚਾ ਹੈ ਕਿ ਉਸ 95 ਸਾਲ ਦੇ ਬਜ਼ੁਰਗ ਨੂੰ ਫਕਰੇ ਕੌਮ ਦਾ ਅਵਾਰਡ ਦੇਣਾ ਕਿੱਥੋਂ ਤੱਕ ਦੀ ਸਿਆਣਪ ਹੈ। ਜਿਸ ਦੇ ਰਾਜ ਦੇ ਵਿੱਚ 13 ਸਿੰਘ ਸ਼ਹੀਦ ਹੋਏ ਹੋਣ, ਗੁਰੂ ਗ੍ਰੰਥ ਸਾਹਿਬ ਦਾ ਪੱਤਰਾ ਪਾੜ ਕੇ ਗਲੀਆਂ ਦੇ ਵਿੱਚ ਰੋਲਿਆ ਗਿਆ ਹੋਵੇ, ਸਿੱਖਾਂ ਦੇ ਬੱਚਿਆਂ ਦੇ ਕਾਤਲਾਂ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਇਆ ਹੋਵੇ, ਕੀ ਤੁਸੀਂ ਉਸ ਵਿਅਕਤੀ ਨੂੰ ਫਕਰੇ ਕੌਮ ਦਾ ਅਵਾਰਡ ਦਿੱਤਾ ਜਾ ਸਕਦਾ ਹੈ? ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਉਹਨਾਂ ਨੇ ਬਹੁਤ ਚਿਰ ਪਹਿਲਾਂ ਕਹਿ ਦਿੱਤਾ ਕਿ ਇਸ ਬੰਦੇ ਤੋਂ ਫਕਰੇ ਕੌਮ ਦਾ ਅਵਾਰਡ ਵਾਪਸ ਲਿਆ ਜਾਵੇ ਤੇ ਅਕਾਲ ਤਖਤ ਦਾ ਮੌਜੂਦਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹਨੂੰ ਆਦੇਸ਼ ਜਾਰੀ ਕਰੇ ਕਿ ਤੁਹਾਡਾ ਕਿਰਦਾਰ ਇਹ ਐਡਾ ਵੱਡਾ ਪੁਰਸਕਾਰ ਲੈਣ ਦੇ ਬਰਾਬਰ ਨਹੀਂ। ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਘਰੇ ਬੁਲਾ ਕੇ ਹੁਕਮ ਦਿੱਤੇ ਹੋਣ ਕਿ ਇੱਕ ਡੇਰੇ ਵਾਲੇ ਨੂੰ ਜਾ ਕੇ ਮਾਫ ਕਰ ਦਿਓ, ਤੇ ਉਹ ਡੇਰੇ ਵਾਲਾ ਜਿਹਨੇ ਡੇਰੇ ਦੇ ਵਿੱਚ ਕਦੇ ਮਾਫੀ ਹੋਈ ਨਾ ਮੰਗੀ ਹੋਵੇ, ਕਹਿੰਦੇ ਉਹਨੂੰ ਮਾਫ ਕਰ ਦਿੱਤਾ ਜਾਵੇ। ਕੀ ਇਹ ਪਖੰਡੀ ਤੇ ਦੇਹ ਧਾਰੀਆਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਲਿਆਂਦਾ ਜਾ ਸਕਦਾ ਹੈ? ਉਹਨਾਂ ਦੇ ਉੱਤੇ ਲਾਗੂ ਹੀ ਨਹੀਂ ਹੁੰਦਾ ਕਿਉਂਕਿ ਸਿੱਖ ਧਰਮ ਨੂੰ ਮੰਨਦੇ ਹੀ ਨਹੀਂ। ਰਾਮੂ ਵਾਲੀਆ ਸਾਹਿਬ ਕਹਿੰਦੇ ਕਿਸੇ ਅਕਾਲੀ 'ਚ ਜੁਰਤ ਨਹੀਂ
ਕਿ ਉਹ ਇਹਨਾਂ ਦੇ ਸਾਹਮਣੇ ਬੈਠ ਕੇ ਕੋਈ ਗੱਲ ਕਰ ਲਵੇ। ਸਾਰੇ ਇਹਦੀਆਂ ਚਾਪਲੂਸੀਆਂ ਕਰਦੇ ਨੇ ਇਸ ਪਰਿਵਾਰ ਦੀਆਂ, ਕਸਾਮ ਦੀਆਂ ਨੇ ਕੁਰਸੀਆਂ ਕਿ ਸ਼ਾਇਦ ਜੇ ਸਰਕਾਰ ਬਣ ਜਾਵੇ ਸਾਡੀ ਕੁਰਸੀ ਬਣ ਜਾਵੇਗੀ। ਉਹ ਕਹਿੰਦੇ ਮੇਰੇ ਸਾਹਮਣੇ ਕਿਹਾ ਗਿਆ। ਅੱਜ ਸਵੇਰ ਦਾ ਇਸ ਮਾਮਲੇ ਦੇ ਵਿੱਚ ਬਾਦਲ ਪਰਿਵਾਰ ਨੇ ਕੋਈ ਇਸ ਤੇ ਸਪਸ਼ਟੀਕਰਨ ਨਹੀਂ ਦਿੱਤਾ। ਇਹਦਾ ਮਤਲਬ ਜੋ ਰਾਮੋਲੀਆ ਸਾਹਿਬ ਨੇ ਕਿਹਾ ਹੈ ਉਹ ਬਿਲਕੁਲ, ਲੋਕ ਪੁੱਛਦੇ ਸੀ ਕਿ ਸਿੱਖ ਕੌਮ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੀ ਇਸ ਮਾਨ ਮਰਿਆਦਾ ਇਸ ਹਸਤੀ ਤੋਂ ਵੀ ਵੱਡਾ ਹੈ। ਆ ਤੁਹਾਡੇ ਸਾਹਮਣੇ ਆ ਗਿਆ ਕਿ ਕਿੰਨਾ ਲੋਕਾਂ ਨੇ ਆਪਣੇ ਮਫਾਦਾਂ ਖਾਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਵਰਤਣ ਦਾ ਯਤਨ ਕੀਤਾ ਹੈ ਤੇ ਅੱਜ ਵੀ ਨਹੀਂ ਹਟ ਰਹੇ ਜੀ। ਅੱਜ ਵੀ ਉਹਨਾਂ ਨੂੰ ਹੇਜ ਜਾਗਿਆ ਪਿਆ ਹੈ ਕਿ ਇਸ ਪਰਿਵਾਰ ਨੂੰ ਦੁਬਾਰਾ ਮੁੱਖ ਧਾਰਾ ਦੇ ਵਿੱਚ ਕਿਵੇਂ ਸ਼ਾਮਲ ਕੀਤਾ ਜਾਵੇ। ਉਹਨਾਂ ਨੂੰ ਹੇਜ ਜਾਗਿਆ ਪਿਆ ਹੈ ਕਿ ਇਹਨਾਂ ਨੂੰ ਦੁਬਾਰਾ ਉਸੇ ਥਾਂ ਤੇ ਲਿਆਂਦਾ ਜਾਵੇ। ਤੇ ਸਿੱਖ ਜਥੇਬੰਦੀਆਂ ਖੜੀਆਂ ਕਿੱਥੇ ਨੇ? ਤੇ ਚਾਪਲੂਸੀ ਦੀ ਵੀ ਹੱਦ ਹੁੰਦੀ ਹੈ ਜੀ। ਇਹਦੇ ਬਾਰੇ ਸਪਸ਼ਟੀਕਰਨ ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਨੂੰ ਦੇਣਾ ਚਾਹੀਦਾ ਹੈ। ਇਹ ਮਾਮਲਾ ਬਹੁਤ ਵੱਡਾ ਉੱਠ ਖੜਿਆ। ਜੇ ਜਥੇਦਾਰ ਸਾਹਿਬ ਇਹਦੇ ਤੇ ਨਾ ਬੋਲੇ ਤਾਂ ਲੋਕ ਇਹ ਸਮਝਣਗੇ ਕਿ ਉਹ ਵੀ ਇਸ ਮਿਲੀ ਭੁਗਤ ਦੇ ਵਿੱਚ ਕਿਤੇ ਸ਼ਾਮਲ ਤਾਂ ਨਹੀਂ। ਜੀ ਜੀ ਢਿੱਲੋਂ ਜੀ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੰਗ ਤਾਂ ਜ਼ਰੂਰ ਇਸ ਦੀ ਬਾਰ-ਬਾਰ ਉੱਠ ਰਹੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ, ਪਰ ਹਾਲੇ ਤੱਕ ਇਸ ਮੁੱਦੇ ਤੇ ਸਿਆਸਤ ਖੂਬ ਹੋਈ ਹੈ, ਪਰ ਹਾਲੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਹ ਮਾਮਲਾ ਜਿਉਂ ਦਾ ਤਿਉਂ ਖੜਾ। ਉੱਥੇ ਹੀ ਹਵਾਰਾ ਕਮੇਟੀ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਕਹਿਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਚ ਬਾਦਲ ਪਰਿਵਾਰ ਸਿਆਸੀ ਫਾਇਦਾ ਲੈਣਾ ਚਾਹੁੰਦੇ ਨੇ। ਇਹ ਬਿਲਕੁਲ ਠੀਕ ਗੱਲ ਕਹਿ ਰਹੇ ਨੇ, ਭਾਵੇਂ ਉਹ ਅਕਾਲੀ ਦਲ ਸੁਤੰਤਰ ਹੋਵੇ, ਅਕਾਲੀ ਦਲ ਯੂਨਾਈਟਿਡ ਹੋਵੇ, ਹਵਾਰਾ ਕਮੇਟੀ ਵਾਲੇ ਹੋਣ। ਉਹ ਕਹਿੰਦੇ ਕਿ ਇਹ ਬੰਦੀ ਸਿੰਘਾਂ ਨੂੰ ਕਹਿਣ ਵਾਸਤੇ ਇਹ ਤਾਂ ਬਣ ਹੀ ਨਹੀਂ ਸਕਦੇ। ਇਹ ਕਿਹੜੇ ਮੂੰਹ ਨਾਲ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਕਾਤਲਾਂ ਨੌਜਵਾਨਾਂ ਦੇ ਕਾਤਲ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਇਆ ਹੋਵੇ? ਇਹ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਨੇ? ਸੋ ਰੀਨਾ ਜੀ, ਤੁਸੀਂ ਇਸ ਗੱਲ ਨੂੰ ਸਮਝੋ ਕਿ ਇਹਨਾਂ ਦਾ ਇਹ ਸਾਰਾ ਕੁਝ ਕਹਿਣਾ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨੀ ਹੈ। ਉਹ ਕਹਿੰਦੇ ਬੰਦੀ ਸਿੰਘਾਂ ਇਹਨਾਂ ਦਾ ਸਰਕਾਰ ਸੀ, 2019 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਆਏ, ਇਹ ਸਰਕਾਰ 'ਚ ਭਾਈਵਾਲ ਸੀ, ਉਦੋਂ ਇਹਨਾਂ ਨੇ ਕਿਹੜਾ ਕੱਦੂ 'ਚ ਤੀਰ ਮਾਰਤਾ ਜਿਹੜਾ ਹੁਣ ਇਹ ਜਾਗਿਆ ਵਾ ਇਹਨਾਂ ਨੂੰ। ਉਹ ਕਹਿੰਦੇ ਸਿਰਫ ਤੇ ਸਿਰਫ ਇਹ ਪਰਿਵਾਰ ਨੂੰ ਦੁਬਾਰਾ ਮੁੱਖ ਧਾਰਾ 'ਚ ਲਿਆਉਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ। ਇਹ ਤਾਂ ਇਸ ਗੱਲ ਦੇ ਕਾਬਲ ਨਹੀਂ ਕਿ ਇਹ ਬੰਦੀ ਸਿੰਘਾਂ ਦੀ ਗੱਲ ਕਰ ਸਕਣ। ਇਹ ਉਹਨਾਂ ਸਾਰੇ ਆਗੂਆਂ ਨੇ, ਭਾਵੇਂ ਗੁਰਦੀਪ ਸਿੰਘ ਬਠਿੰਡਾ ਹੋਣ, ਪਰਮਜੀਤ ਸੋਹਲੀ ਹੋਣ, ਹਵਾਰਾ ਕਮੇਟੀ ਵਾਲੇ ਹੋਣ, ਇਹਨਾਂ ਸਾਰਿਆਂ ਨੇ ਇੱਕ ਮੱਤ ਦੇ ਵਿੱਚ ਆਖਿਆ ਕਿ ਇਹ ਪਰਿਵਾਰ ਕਿਸੇ ਵੀ ਕੀਮਤ ਦੇ ਉੱਤੇ ਆਪਣੀ ਹੋਂਦ ਗਵਾ ਚੁੱਕਿਆ ਹੈਗਾ। ਇਹਨਾਂ ਦਾ ਸਿੱਖੀ ਨਾਲ ਨੇੜ ਦਾ ਸੰਬੰਧ ਨਹੀਂ। ਇਹੋ ਤਾਂ ਕਾਰਨ ਹੈ ਕਿ ਇਹਨਾਂ ਕਰਕੇ ਅੱਜ ਅਕਾਲੀ ਦਲ ਜਿਹੜਾ ਕੁਰਬਾਨੀਆਂ ਨਾਲ ਬਣਿਆ ਸੀ, ਸ਼੍ਰੋਮਣੀ ਕਮੇਟੀ ਜਿਹੜੀ ਕੁਰਬਾਨੀਆਂ ਨਾਲ ਬਣੀ ਸੀ, ਉਹ ਅਕਾਲੀ ਦਲ 3 ਸੀਟਾਂ ਤੇ ਸਿਮਟ ਕੇ ਰਹਿ ਜਾਵੇ। ਤੇ ਅਜੇ ਉਹ ਬਜ਼ੁਰਗ ਨੂੰ ਹੇਜ ਜਾਗਿਆ ਪਿਆ, ਉਹ ਕਾਕਾ ਇਹ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ, ਇਹ 3 ਨੂੰ ਹਾਰੇ ਸਮਝੀ ਜਾਂਦੇ ਨੇ। ਤੇ ਫਿਰ ਤੁਸੀਂ ਨਮੋਸ਼ੀਜਨਕ ਹਾਰ ਕਹੋਗੇ ਜਿਹਦੇ ਕੋਈ ਸੀਟ ਨਾ ਆਈ। ਜੇ ਪਿਛਲੀ ਵਾਰ ਇਹਨਾਂ ਨੇ 17 ਦੇ ਵਿੱਚ ਜਦੋਂ 15 ਸੀਟਾਂ ਆਈਆਂ ਸੀ ਉਹਦੇ ਤੇ ਸਿਰ ਜੋੜ ਕੇ ਬੈਠੇ ਹੁੰਦੇ, ਇਹ ਗੱਲ ਕਹਿਣ ਦੀ ਕੋਈ ਜੁਰਤ ਰੱਖਦਾ ਕਿ ਸਰਦਾਰ ਸਾਹਿਬ ਇਹ ਤੁਹਾਡੀਆਂ ਨੀਤੀਆਂ ਕਰਕੇ ਪਾਰਟੀ ਇੱਥੋਂ ਤੱਕ ਗਈ ਹੈ। ਜੇ 2 ਵਾਰ ਤੁਸੀਂ ਲਗਾਤਾਰ ਸਰਕਾਰ ਬਣਾਉਣ 'ਚ ਕਹਿ ਸਕਦੇ ਹੋ ਕਿ ਮੇਰੀ ਮੈਨੇਜਮੈਂਟ ਕਰਕੇ ਸਰਕਾਰ ਬਣੀ ਹੈ, ਔਰ ਜਿੱਤ ਦੇ ਸਿਹਰੇ ਜਰਨੈਲ ਬੰਨ੍ਹਦੇ ਹੁੰਦੇ ਆ ਤੇ ਹਾਰ ਦੇ ਸਿਹਰੇ ਵੀ ਉਹਨਾਂ ਦੇ ਸਿਰ ਤੇ ਹੀ ਪੈਂਦੇ ਨੇ। ਇਸ ਕਰਕੇ ਵੱਡੇ ਮਨ ਦੇ ਨਾਲ ਇਹ ਗੱਲ ਮੰਨੋ ਕਿ ਤੁਸੀਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਤੇ ਅਜੇ ਤੁਸੀਂ ਮੰਨਣ ਨੂੰ ਤਿਆਰ ਨਹੀਂ, ਤੇ ਚਾਪਲੂਸ ਅਜੇ ਵੀ ਕਹੀ ਜਾਂਦੇ ਨੇ ਨਾ ਜੀ ਨਾ ਤੁਹਾਡੇ ਬਿਨਾਂ ਨਹੀਂ ਸਰਦਾ ਹੈਗਾ, ਤੁਹਾਡੇ ਬਿਨਾਂ ਤਾਂ ਅਕਾਲੀ ਦਲ ਦਾ ਨਹੀਂ। ਜੇ ਇਹ ਨਾ ਰਹੇ ਤਾਂ ਫਿਰ ਨਹੀਂ ਅਕਾਲੀ ਦਲ ਚੱਲੇਗਾ।
ਅਕਾਲੀ ਦਲ ਕੁਰਬਾਨੀਆਂ ਦੀ ਪਾਰਟੀ ਹੈ, ਸ਼੍ਰੋਮਣੀ ਕਮੇਟੀ ਕੁਰਬਾਨੀਆਂ ਦੀ ਪਾਰਟੀ ਹੈ, ਇੱਥੇ ਕੋਈ ਰਹੇ ਜਾਂ ਨਾ ਰਹੇ, ਇਹਨਾਂ ਨੇ ਇਸੇ ਤਰੀਕੇ ਦੇ ਨਾਲ ਚੱਲਦਾ ਰਹਿਣਾ। ਉਸ ਵੇਲੇ ਚਲਾਉਣ ਵਾਲਾ ਕੋਈ ਹੋਰ ਵੱਡਾ ਮਸੀਹਾ ਵੀ ਆ ਸਕਦਾ ਹੈ। ਜੀ ਢਿੱਲੋਂ ਜੀ, ਇਸ ਦੇ ਨਾਲ ਹੀ ਮਾਝੀ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਦਾ ਕਹਿਣਾ ਕਿ ਕਾਤਲ ਪੁਲਿਸ ਅਫਸਰਾਂ ਨੂੰ ਉੱਚ ਅਹੁਦੇ ਦੇਣ ਵਾਲੇ ਬਾਦਲ ਕੇ ਬੰਦੀ ਸਿੰਘਾਂ ਦੇ ਲਈ ਸੁਹਿਰਦ ਨਹੀਂ। ਉਹਨਾਂ ਨੇ ਬਿਲਕੁਲ ਠੀਕ ਕਿਹਾ। ਉਹੀ ਗੱਲ ਉਹਨਾਂ ਦਾ ਇਹ ਕਹਿਣਾ ਕਿ ਇਹ ਬਾਦਲ ਸਾਹਿਬ ਤੱਕ ਗਨਮੈਨ ਲੈਣ ਵਾਸਤੇ KPS ਕੋਲ ਜਾ ਪਹੁੰਚਦੇ ਸੀ, ਇਹਦਾ ਕਦੇ ਬਾਦਲ ਸਾਹਿਬ ਨੇ ਸਪਸ਼ਟੀਕਰਨ ਨਹੀਂ ਦਿੱਤਾ। ਇਹ ਕਿੰਨੇ ਆਗੂ ਨੇ ਇਲਜ਼ਾਮ ਲਾਤਾ। ਹੁਣ ਮਾਝੀ ਸਾਹਿਬ ਕਹਿੰਦੇ ਨੇ ਕਿ ਜਿਹੜਾ ਬੰਦਾ ਨੌਜਵਾਨਾਂ ਦਾ ਕਾਤਲ ਤੇ ਪੰਥਕ ਅਖੌਤੀ ਪੰਥਕ ਆਗੂਆਂ ਨੇ ਉਹਨੂੰ ਲਿਆ ਕੇ ਪੰਜਾਬ ਪੁਲਿਸ ਦਾ ਮੁਖੀ ਲਾਤਾ। ਜਦੋਂ ਬਹਿਬਲਪੁਰ ਗੋਲੀਕਾਂਡ ਵਾਪਰਿਆ ਹੈ, ਇਹ ਉਹੀ ਪੰਥਕ ਸਰਕਾਰ ਦਾ ਜ਼ਿਲ੍ਹਾ ਪੰਜਾਬ ਪੁਲਿਸ ਮੁਖੀ DGP ਸੀ, ਜਿਹੜੇ ਨੇ ਰਾਤ ਨੂੰ ਕਈ ਵਾਰ ਗੱਲ ਕੀਤੀ ਉਸ ਵੇਲੇ ਦੇ ਮੁੱਖ ਮੰਤਰੀ ਨਾਲ, ਤੇ ਅਜੇ ਤੱਕ ਇਹ ਉਲਝਾਇਆ ਕਿਉਂ ਹੈ? ਇਹ ਘੜੇ ਤੋਂ ਕੌਲਾ ਚੱਕਿਆ ਕਿਉਂ ਨਹੀਂ ਜਾਂਦਾ? ਲੋਕਾਂ ਨੂੰ ਅਸਲੀਅਤ ਪਤਾ ਲੱਗਣੀ ਚਾਹੀਦੀ ਹੈ। ਸੋ ਮਾਝੀ ਸਾਹਿਬ ਨੇ ਜਿਹੜੀ ਮੰਗ ਕੀਤੀ ਹੈ ਉਹ ਇਸੇ ਸੰਦਰਭ 'ਚ ਕੀਤੀ ਹੈ ਕਿ ਜਿਹੜੇ ਬੰਦੇ ਨੌਜਵਾਨਾਂ ਦੇ ਕਾਤਲਾਂ ਦੇ ਜ਼ਿੰਮੇਵਾਰ ਨੇ, ਉਹ ਬੰਦੇ ਕਦੇ ਵੀ ਬੰਦੀ ਸਿੰਘਾਂ ਬਾਰੇ ਬੋਲਣ। ਕੋਈ ਹਾਸੋਹੀਣੀ ਗੱਲ ਲੱਗਦੀ ਹੈ, ਸਜਦੀ ਨਹੀਂ। ਜੀ ਜੀ ਢਿੱਲੋਂ ਜੀ, ਨਾਲ ਇਸ ਦੇ ਇਹ ਵੀ ਗੱਲ ਕਰ ਲੈਂਦੇ ਕਿ ਸ਼੍ਰੋਮਣੀ ਕਮੇਟੀ 1 ਮਹੀਨੇ ਬਾਅਦ ਵੀ ਸ੍ਰੀ ਦਰਬਾਰ ਸਾਹਿਬ ਦੇ ਪ੍ਰਸਾਰਣ ਦੇ ਪ੍ਰਬੰਧ ਦੇ ਵਿੱਚ ਅਸਮਰੱਥ ਰਹੀ ਹੈ। ਇਹ ਜਿਹੜੇ ਕਾਰਜਕਾਰੀ ਜਥੇਦਾਰ ਸਾਹਿਬ ਨੇ ਉਹ ਬੈਠੇ ਕਾਹਦੇ ਵਾਸਤੇ ਨੇ? ਉਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਉਹਨਾਂ ਦੇ ਹੁਕਮ ਦੀ ਕਿੰਨੀ ਕੁ ਪਾਲਣਾ ਹੋ ਰਹੀ ਹੈ। ਪਹਿਲਾਂ ਜਦੋਂ 328 ਸਰੂਪਾਂ ਦਾ ਹੋਇਆ ਉਦੋਂ ਉਹਨਾਂ ਨੂੰ ਨਜ਼ਰ ਆਈ, ਤੇ ਹੁਣ ਕਹਿ ਕੇ ਹਟੇ ਨੇ ਕਿ 1 ਹਫ਼ਤੇ ਦੇ ਵਿੱਚ ਆਪਣਾ YouTube ਚੈਨਲ ਸ਼ੁਰੂ ਕਰ ਦਿਓ। ਉਦੋਂ ਜਦੋਂ ਕੀਤਾ ਸੀ, ਆਓ ਇੱਧਰ ਚਲੋ ਸਰੋਵਰ ਦਾ ਗੇੜਾ ਲਾ ਕੇ ਆਓ, ਉਹ ਸਰੋਵਰ ਦਾ ਗੇੜਾ ਲਾਏ। ਲੋਕ ਕਹਿੰਦੇ ਸੀ ਵੀ ਬੜੇ ਜਥੇਦਾਰ ਸਾਹਿਬ ਤਾਂ ਗਰਮ ਹੋਏ ਫਿਰਦੇ ਨੇ। ਆਊਟਪੁੱਟ ਕੀ ਨਿਕਲੀ? ਜਥੇਦਾਰ ਸਾਹਿਬ ਜਿਹੜੇ 328 ਸਰੂਪਾਂ ਦੀ ਗੱਲ ਹੋ ਰਹੀ ਹੈ, ਇਹਨੂੰ ਪਾਸੇ ਕਰ ਦਈਏ। ਵੈਸੇ ਤਾਂ ਇੱਕ ਦੇ ਪਾਸੇ ਕਰਨ ਵਾਲੀ ਗੱਲ ਹੈ ਨਹੀਂ। 328 ਸਰੂਪ ਗੁੰਮ ਹੋ ਜਾਣ, ਉਹ ਦੱਸ ਰਹੇ ਨੇ ਕਿਹਦੀਆਂ ਪਰਚੀਆਂ ਨੇ, ਤੇ ਜਥੇਦਾਰ ਸਾਹਿਬ ਉਧਰ ਨੂੰ ਮੂੰਹ ਹੀ ਨਹੀਂ ਕਰਦੇ। ਤੇ ਫਿਰ ਜਿਹੜੀਆਂ ਕਿਤਾਬਾਂ 1998 ਦੇ ਵਿੱਚ 300 ਕਿਤਾਬਾਂ ਖਾਲਸਾ ਪੰਥ ਦੇ 300 ਸਾਲਾ ਸਾਲਜਨਾ ਦਿਵਸ ਤੇ ਛਪਾਈਆਂ ਗਈਆਂ, ਜਿਹਦੇ ਵਿੱਚ ਗੁਰੂ ਸਾਹਿਬ ਬਾਰੇ ਭੱਦੀਆਂ ਸ਼ਬਦਾਵਲੀਆਂ ਲਿਖੀਆਂ ਗਈਆਂ, ਇਹ ਜਥੇਦਾਰ ਸਾਹਿਬ ਨੇ ਉਧਰ ਕਿਉਂ ਅੱਖਾਂ ਮੀਟੀਆਂ ਕੀ ਨੇ? ਉਹ ਗੱਲ ਕਿਉਂ ਨਹੀਂ ਲੋਕਾਂ ਦੇ ਵਿੱਚ ਲਿਆਂਦੀ ਜਾਂਦੀ ਕਿ ਉਹਨਾਂ ਨੂੰ ਛਪਾਉਣ ਵਾਲੇ ਕੌਣ ਸੀ? ਇਹ ਕੁਕਰਮ ਕਿਹਨੇ ਕੀਤਾ ਹੈ? ਕਿੰਨੇ ਪ੍ਰਧਾਨ ਆ ਕੇ ਤੁਰਦੇ ਬਣੇ, ਤੇ ਜਿੱਦਣ ਕੋਈ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਆ ਕੇ ਬੈਠ ਗਿਆ ਨਾ, ਤੇ ਉਦਣ ਫਿਰ ਲੈਣੇ ਦੇ ਦੇਣੇ ਪੈ ਜਾਣਗੇ, ਤੇ ਉਦਣ ਖੰਡੇ ਖੜਕ ਗਏ ਸੱਚੇ ਪਾਤਸ਼ਾਹ ਦੀ ਤੁਰ ਦਰਗਾਹੋਂ, ਤੇ ਉੱਥੇ ਫਿਰ ਇਹ ਲੱਭਣੇ ਨਹੀਂ। ਅਜੇ ਵੀ ਇਹਨਾਂ ਨੇ ਕੋਈ ਸਬਕ ਨਹੀਂ ਸਿੱਖਿਆ, ਤੇ ਅਜੇ ਵੀ ਇਹ ਲੱਗਦਾ ਪਿਆ ਕਿ 2027 'ਚ ਕੁਰਸੀ ਤਾਂ ਸਾਡੀ ਹੋਈ ਹੈ, ਤੇ ਗੁਰੂ ਦੇ ਗੋਲਕਾਂ ਵੱਲ ਆ ਭਦੌੜ ਵਾਲਿਆਂ ਦਾ ਨਿਕਲਿਆ ਆ। ਪਹਿਲਾਂ ਜੇ ਉਦੋਂ ਜਦੋਂ ਕਰੋਨਾ ਦੇ ਵਿੱਚ ਆਨੰਦਪੁਰ ਸਾਹਿਬ ਦਾ ਘਪਲਾ ਸਹੀ ਤਰੀਕੇ ਨਾਲ ਨਜਿੱਠਿਆ ਹੁੰਦਾ, 328 ਸਰੂਪਾਂ ਦਾ ਮਾਮਲਾ ਸਹੀ ਤਰੀਕੇ ਨਾਲ ਨਜਿੱਠਿਆ ਹੁੰਦਾ, ਪਤਾ ਲੱਗਦਾ ਕਿ ਦੋਸ਼ੀ ਨੂੰ ਸਜ਼ਾ ਮਿਲਣੀ ਹੈ ਇੱਥੇ, ਤੇ ਦੂਜਾ ਬੰਦਾ ਜੁਰਤ ਨਾ ਕਰਦਾ। ਇਹਨਾਂ ਦੀ ਜੁਰਤ ਪੈ ਜਾਵੇ ਗੁਰੂ ਦੀ ਗੋਲਕ ਦੇ ਪੈਸਿਆਂ ਦੇ ਨਾਲ ਖਿਲਵਾੜ ਕਰਨ ਦੀ। ਆਮ ਵਿਅਕਤੀ ਨੂੰ ਜੇ ਉੱਥੇ 10 ਪੈਸੇ ਵੀ ਲੱਭ ਜਾਣ, 10 ਪੈਸੇ, ਉਹ ਬੜੇ ਅਦਬ ਸਤਿਕਾਰ ਦੇ ਨਾਲ ਜਾ ਕੇ ਗੁਰੂ ਦੀ ਗੋਲਕ 'ਚ ਪਾ ਕੇ ਆਉਂਦਾ ਹੈ, ਤੇ ਇਹ ਉਹਨਾਂ ਗੋਲਕਾਂ ਨਾਲ ਖਿਲਵਾੜ ਕਰ ਰਹੇ ਨੇ। ਕਿਸੇ ਮਾਮਲੇ ਨੂੰ ਸੁਲਝਾਉਣ ਦੀ ਥਾਂ ਤੇ ਉਹਨੂੰ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਅਸਲੀਅਤ ਨਾ ਆਵੇ। ਅਸਲੀਅਤ ਨੇ ਇੱਕ ਦਿਨ ਆਉਣਾ ਹੀ ਆਉਣਾ ਹੈ, ਤੁਸੀਂ ਜਿੰਨਾ ਮਰਜ਼ੀ ਆਪਦੇ ਆਪ ਨੂੰ ਦਬਾ ਕੇ ਰੱਖ ਲਓ। ਜੀ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ, ਤਾਂ ਹਾਈਕਮਾਨ ਸੋਨੀਆ ਗਾਂਧੀ ਦਾ ਕਹਿਣਾ ਹੈ ਕਿ ਪਾਰਟੀ ਨੂੰ ਮੁੜ ਸੁਰਜੀਤ ਕਰਨ ਦੇ ਲਈ ਕੋਈ ਜਾਦੂ ਦੀ ਛੜੀ ਨਹੀਂ ਹੈ।
ਉਹਨਾਂ ਨੇ ਕਿਹਾ ਕਿ ਕੋਈ ਜਾਦੂ ਦੀ ਛੜੀਆਂ ਨਾਲ ਨਹੀਂ ਪਾਰਟੀਆਂ ਚੱਲਦੀਆਂ ਹੁੰਦੀਆਂ, ਅਸੀਂ ਆਪਣੀ ਸੁਹਿਰਦਤਾ ਦੇ ਨਾਲ ਕੰਮ ਕਰ ਰਹੇ ਹਾਂ ਜੀ। ਕਾਂਗਰਸ ਪਾਰਟੀ ਰਾਜਸਥਾਨ ਦੇ ਉਦੈਪੁਰ ਦੇ ਵਿੱਚ 13, 14 ਤੇ 15 ਮਈ ਨੂੰ ਇੱਕ ਵੱਡਾ ਜਿਹੜਾ ਇਹਨਾਂ ਦਾ ਵਿਚਾਰ ਕੈਂਪ ਹੈ, ਆਤਮ ਮੰਥਨ ਕੈਂਪ, ਉਹ ਲਾਉਣ ਜਾ ਰਹੀ ਹੈ। ਉਹਨਾਂ ਨੇ ਇਸ ਕਰਕੇ ਉਸ ਰਾਜ ਨੂੰ ਚੁਣਿਆ ਹੈ ਕਿਉਂਕਿ ਉਸ ਰਾਜ ਦੇ ਵਿੱਚ ਮੁੱਖ ਮੰਤਰੀ ਕਾਂਗਰਸ ਆਪਣੀ ਪਾਰਟੀ ਦਾ ਅਸ਼ੋਕ ਗਹਿਲੋਤ, ਉੱਥੇ ਕਹਿੰਦੇ ਸਿਰ ਜੋੜ ਕੇ ਕਾਂਗਰਸੀ ਬੈਠਣਗੇ। 400 ਦੇ ਕਰੀਬ ਭਾਰਤ ਵਰਸ਼ ਚੋਂ ਸੀਨੀਅਰ ਕਾਂਗਰਸੀ ਆਗੂਆਂ ਨੇ ਉਸ ਚਿੰਤਨ ਕੈਂਪ ਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਹੈ ਤੇ ਉਹ ਚਿੰਤਨ ਕੈਂਪ ਦੇ ਵਿੱਚ ਕਹਿੰਦੇ ਸਿਰ ਜੋੜ ਕੇ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਨੇ ਕਿ ਕਾਂਗਰਸ ਦਾ ਜਿਹੜਾ ਇਹ ਨਿਗਾਰ ਆਇਆ ਹੈ ਉਹ ਕਿਵੇਂ ਆਇਆ ਹੈ। ਜੇ ਤਾਂ ਉੱਥੇ ਵੀ ਚਾਪਲੂਸੀਆਂ ਕਰਨੀਆਂ ਨੇ ਫਿਰ ਤਾਂ ਜੋ ਮਰਜ਼ੀ ਕਰੀ ਜਾਇਓ। ਜੇ ਅਸਲੀਅਤ 'ਚ ਜਾਓਗੇ ਕਿ ਇਹਨਾਂ ਕਾਰਨਾਂ ਕਰਕੇ ਕਾਂਗਰਸ ਦਾ ਪਤਨ ਹੋਇਆ ਹੈਗਾ, ਜੇ ਉਹਨਾਂ ਨੂੰ ਸੋਚਣ ਦਾ ਯਤਨ ਕਰੋਗੇ ਫਿਰ ਸ਼ਾਇਦ ਕੋਈ ਆਸ ਰੱਖੀ ਜਾ ਸਕਦੀ ਹੈ। ਜੇ ਤੁਸੀਂ ਉਸੇ ਤਰ੍ਹਾਂ ਤੁਰਦੇ ਰਹੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਇੱਕ ਦਿਨ ਜ਼ਰੂਰ ਸਾਕਾਰ ਹੋ ਜਾਵੇਗਾ, ਕਾਂਗਰਸ ਮੁਕਤ ਭਾਰਤ। ਜੀ, ਇਸ ਦੇ ਨਾਲ ਹੀ ਪਾਣੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੈਨੇਡਾ ਸਰਕਾਰ ਅਮਰੀਕਾ ਨੂੰ ਹਰ ਸਾਲ ਵੇਚ ਰਹੀ ਹੈ $25 ਅਰਬ ਦਾ ਬੋਤਲਬੰਦ ਪਾਣੀ। ਇਹ ਤਾਂ $25 ਅਰਬ ਦਾ ਬੋਤਲਬੰਦ ਪਾਣੀ ਵੇਚਿਆ ਜਾ ਰਿਹਾ ਹੈ ਜੀ। ਤੇ ਜਿਹੜਾ ਪਾਣੀ ਗੁਰੂ ਨੇ ਕਿਹਾ ਸੀ, ਪਵਨ ਗੁਰੂ ਪਾਣੀ ਪਿਤਾ, ਜਿਸ ਪਾਣੀ ਨੂੰ ਪਿਤਾ ਕਿਹਾ ਸੀ, ਇਹਨਾਂ ਚਾਪਲੂਸ ਸਿਆਸਤਦਾਨਾਂ ਨੇ ਆਪਣੇ ਸਵਾਰਥਾਂ ਵਾਸਤੇ ਉਹ ਵੇਚਤਾ ਮੁਫਤ 'ਚ। ਅਰਬਾਂ ਦਾ ਪਾਣੀ ਰਾਜਸਥਾਨ ਦੇ ਵਿੱਚ ਜਾ ਰਿਹਾ ਹੈਗਾ ਤੇ ਇਹਨਾਂ ਦੀਆਂ ਪਿੱਠਾਂ ਕੀਤੀਆਂ ਹੋਈਆਂ ਨੇ। ਇਹ ਸੂਬੀ ਬਣਵਾਈ ਸਿਰਫ ਕੁਰਸੀਆਂ ਪ੍ਰਾਪਤ ਕਰਨ ਵਾਸਤੇ। ਜੇ ਅਸਲੀਅਤ ਤੇ ਤੁਰੇ ਹੁੰਦੇ ਤਾਂ ਹਿਮਾਚਲ ਤੇ ਇਹ ਹਰਿਆਣਾ ਬਣਾਉਣ ਦਾ ਸਾਨੂੰ ਫਾਇਦਾ ਕੀ ਨਿਕਲਿਆ? ਸਿਰਫ ਇਹ ਕਿ ਇੱਕ ਬਜ਼ੁਰਗ 5 ਵਾਰੀ ਮੁੱਖ ਮੰਤਰੀ ਬਣ ਗਿਆ, ਇੱਕ ਲਗਾਤਾਰ 2 ਵਾਰੀ ਬਣ ਗਿਆ, ਅੱਡ ਅੱਡ ਉਹਨਾਂ ਦੇ 5 ਵਾਰ ਬਣ ਗਏ। ਬਰਨਾਲਾ ਸਾਹਿਬ ਬਣ ਗਏ, ਕੈਪਟਨ ਸਾਹਿਬ ਬਣ ਗਏ, ਸਭਿਆਨ ਸਿੰਘ ਬਣ ਗਏ, ਹਰਚਰਨ ਬਰਾੜ ਬਣ ਗਏ, ਬੀਬੀ ਰਜਿੰਦਰ ਕੌਰ ਭੱਠਲ ਬਣ ਗਈ, ਚਰਨਜੀਤ ਚੰਨੀ ਬਣ ਗਿਆ, ਕੈਪਟਨ ਅਮਰਿੰਦਰ ਬਣ ਗਿਆ ਤੇ 5 ਵਾਰ ਪ੍ਰਕਾਸ਼ ਸਿੰਘ ਬਾਦਲ ਬਣ ਗਿਆ। ਇਹ ਸੂਬੀ ਬਣਾਉਣ ਵਾਸਤੇ ਇਹ ਜਿਹੜੇ ਅਕਾਲੀ ਦਲ ਵਾਲੇ ਸੀ, ਸਭ ਤੋਂ ਵੱਧ ਤਾਂ ਭੂਮਿਕਾ ਇਹਨਾਂ ਦੀ ਰਹੀ ਹੈ ਨਾ। ਤੇ ਜੇ ਇਹ ਸਾਰਾ ਕੁਝ ਇਕੱਠਾ ਹੁੰਦਾ, ਨਾਲ ਤਾਂ ਸਾਡੀਆਂ ਲੋਕ ਸਭਾ ਦੀਆਂ ਸੀਟਾਂ 30 ਤੋਂ ਉੱਤੇ ਹੁੰਦੀਆਂ, ਨਾਲੇ ਸਾਡਾ ਖੇਤਰ ਵੱਡਾ ਹੁੰਦਾ। ਜੇ ਇਹ ਸੂਬਾ ਨੂੰ ਸੂਬੀ ਨਾ ਬਣਾਇਆ ਹੁੰਦਾ ਤਾਂ ਇਸ ਪੰਜਾਬ ਦਾ ਸ਼ਿਮਲੇ ਤੱਕ ਰਾਜ ਹੁੰਦਾ। ਲੋਕ ਇਹਨਾਂ ਨੂੰ ਉੱਥੇ ਬੈਠ ਕੇ ਵੀ ਠੰਡੀਆਂ ਵਾਦੀਆਂ ਦੇ ਵਿੱਚ ਆਨੰਦ ਮਾਣਿਆ ਕਰਦੇ, ਪਰ ਇਹਨਾਂ ਦੇ ਸਵਾਰਥ ਨੇ ਪੰਜਾਬ ਦਾ ਨੁਕਸਾਨ ਬਹੁਤ ਵੱਡੀ ਪੱਧਰ ਤੇ ਕਰਤਾ। ਔਰ ਜੇ ਇਹ ਸੂਬਾ ਪੂਰਾ ਵੱਡਾ ਹੁੰਦਾ ਤਾਂ ਦਿੱਲੀ ਤੱਕ ਪੰਜਾਬ ਦਾ ਰਾਜ ਸੀ। ਫਰੀਦਾਬਾਦ ਪੰਜਾਬ ਦੇ ਵਿੱਚ, ਗੁੜਗਾਉਂ ਪੰਜਾਬ ਦੇ ਵਿੱਚ, ਜਿਹਨੂੰ ਗੁਰੂਗ੍ਰਾਮ ਕਹੀ ਜਾਂਦੇ ਅੱਜ ਕੱਲ੍ਹ, ਇਹ ਜੇ ਕਿਤੇ ਉਹ ਉਸ ਤਰ੍ਹਾਂ ਦਾ ਬਣਾਇਆ ਹੁੰਦਾ ਤਾਂ ਮੈਂ ਸਮਝਦਾ ਕਿ ਅੱਜ ਇਹ ਪੰਜਾਬ ਵਿਸ਼ਾਲ ਹੁੰਦਾ ਤੇ ਜਿਹੜੀਆਂ ਅੱਜ ਸਮੱਸਿਆਵਾਂ ਨਾਲ ਅਸੀਂ ਜੂਝ ਰਹੇ ਹਾਂ, ਇਹ ਸਮੱਸਿਆਵਾਂ ਸ਼ਾਇਦ ਪੈਦਾ ਹੀ ਨਾ ਹੁੰਦੀਆਂ। ਇਸ ਕਰਕੇ ਇਹਨਾਂ ਸਿਆਸਤਦਾਨਾਂ ਨੇ, ਸਾਰਿਆਂ ਨੇ ਰਲ ਕੇ ਇਸ ਪੰਜਾਬ ਦਾ ਅਪਮਾਨ ਤੇ ਪੰਜਾਬ ਦਾ ਬੇੜਾ ਗਰਕ ਕਰਨ ਦੇ ਵਿੱਚ ਆਪੋ ਆਪਣੀ ਭੂਮਿਕਾ ਬਹੁਤ ਵੱਡੀ ਨਿਭਾਈ ਹੈ। ਜੀ, ਜੇਕਰ ਗੱਲ ਢਿੱਲੋਂ ਜੀ ਚਿੱਟੀ ਰੇਤ ਦੀ ਕਰ ਲਈ ਜਾਵੇ ਤਾਂ ਚਿੱਟੀ ਰੇਤ ਦੇ ਕਾਲੇ ਕਾਰੋਬਾਰ ਨੇ ਭਾਅ ਉਸਦੇ ਅਸਮਾਨੀ ਚੜ੍ਹਾ ਦਿੱਤੇ ਨੇ। ਦੇਖੋ, ਜਿਹੜਾ ਇਹ ਪੰਜਾਬ ਵਿੱਚ ਚੱਲਿਆ, ਸ਼ਾਇਦ ਕੱਲ ਸਿੱਧੂ ਵੀ ਸਲਾਹ ਦੇ ਆਇਆ ਹੋਵੇ ਭਗਵੰਤ ਮਾਨ ਨੂੰ ਕਿ ਮੈਂ ਉੱਥੋਂ ਤੈਲਗੰਨਾ ਚੋਂ ਜਾ ਕੇ ਦੇਖ ਕੇ ਆਇਆ ਸੀ। ਬੜਾ ਰਾਹ ਚੱਲਿਆ। ਇੱਥੇ ਕਹਿੰਦੇ 300 ਕਰੋੜ ਦੀ ਇਹ ਰੇਤ ਤੱਕ ਪਹੁੰਚਦੇ ਨੇ। ਇਹਦਾ ਬਹੁਤ ਵੱਡਾ ਕਲਾ ਬਾਜ਼ਾਰ ਹੈ। ਕਹਿੰਦੇ ਜੇ ਪੂਰਾ ਜ਼ੋਰ ਲਾਇਆ ਜਾਵੇ ਤਾਂ 1000 ਕਰੋੜ ਤੱਕ ਅਸੀਂ ਜਾ ਸਕਦੇ ਹਾਂ। ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਪਹਿਲਾਂ
ਅੱਜ ਇੱਕ ਅਖਬਾਰ ਨੇ ਛਾਪਿਆ ਕਿ ਇੱਥੇ 7 ਕਲਸਟਰ ਨੇ ਤੇ 205 ਖੱਡਾਂ ਨੇ। ਇਹ ਕਾਰੋਬਾਰ 300 ਵੱਧ ਨਹੀਂ, ਜੇ ਚਾਹੁਣ ਤਾਂ 1000 ਤੱਕ ਜਾ ਸਕਦੇ ਆ। ਉਹ ਕਹਿੰਦੇ ਵੱਡੀ ਗੱਲ ਇਹ ਹੈ ਕਿ ਜਿਹੜੀ ਟਰਾਲੀ 2500 ਦੀ ਵਿਕਦੀ ਸੀ ਅੱਜ ਤੋਂ, ਇਹਨਾਂ ਦੀ ਸਰਕਾਰ ਤੋਂ ਪਹਿਲਾਂ, ਉਹ ਹੁਣ 8000 ਤੇ ਵਿਕ ਰਹੀ ਹੈ ਜੀ। ਜਿਹੜਾ ਟਿੱਪਰ 14 ਤੋਂ 18000 ਦਾ ਵਿਕਦਾ ਸੀ, ਉਹ ਟਿੱਪਰ ਇਸ ਵੇਲੇ 45 ਤੋਂ 50000 ਦੇ ਵਿੱਚ ਵੇਚਿਆ ਜਾ ਰਿਹਾ ਹੈਗਾ। ਜੇ ਮੰਨ ਲਓ 1000 ਰੁਪਇਆ ਇਸ ਰੇਤ ਤੋਂ ਕਮਾਉਣਾ ਹੈ, ਉਹ ਕਹਿੰਦੇ ਜੁਲਾਈ ਦੇ ਵਿੱਚ ਔਰਤਾਂ ਨੂੰ ਦੇਣਾ ਹੈ 1000 ਰੁਪਇਆ। 1000 ਕਰੋੜ ਦੀ ਕਮਾਈ, 12,500 ਕਰੋੜ ਰੁਪਇਆ ਉਹਨਾਂ ਨੂੰ ਦੇਣਾ ਹੈ। ਤੇ ਫਿਰ ਐ ਤਾਂ ਨਹੀਂ ਦਿੱਤਾ ਜਾਣਾ। ਤੇ ਜਿਹੜਾ ਤੁਹਾਡੇ ਤੇ ਦੋਸ਼ ਲੱਗਦਾ ਕਿ 7,000 ਕਰੋੜ ਦਾ ਕਰਜ਼ਾ ਤੁਸੀਂ ਚੱਕ ਲਿਆ, ਇਹ 12,500 ਦਾ ਹੋਰ ਚੱਕ ਲਿਓ। ਹਰ ਸਾਹਿਬ ਆਪਾਂ ਕਿਹੜਾ ਵਿਆਜ ਦੇਣਾ? ਪੰਜਾਬ ਦੇ ਲੋਕਾਂ ਨੇ ਦੇਣਾ, ਦੇਈ ਜਾਣਗੇ। ਜਿਹੜੇ ਬੱਚਿਆਂ ਨੇ ਅੱਜ ਤੋਂ 20 ਸਾਲ ਨੂੰ ਜੰਮਣਾ ਹੈ, ਉਹਨਾਂ ਦੇ ਸਿਰ ਤੇ ਵੀ ਇਹ ਕਰਜ਼ਾ ਹੋਵੇਗਾ। ਸੋ ਇਸ ਕਰਕੇ ਜਿਹੜਾ ਇਹ ਕਰਜ਼ਾ ਲੋਕਾਂ ਦੇ ਸਿਰ ਤੇ ਲਗਾਤਾਰ ਚੜ੍ਹ ਰਿਹਾ ਹੈ, ਇਸ ਕਰਜ਼ੇ ਤੋਂ ਬਚਣ ਦੀ ਜ਼ਰੂਰਤ ਹੈ। ਇਹ ਛੱਡ ਦਿਓ ਇਹਨਾਂ ਗਰੰਟੀਆਂ ਨੂੰ। ਨਾ ਸਾਨੂੰ ਪੰਜਾਬ ਨੂੰ ਕੈਲੀਫੋਰਨੀਆ, ਨਾ ਪੰਜਾਬ ਨੂੰ ਦਿੱਲੀ, ਨਾ ਪੰਜਾਬ ਨੂੰ ਗੁਜਰਾਤ, ਨਾ ਪੰਜਾਬ ਨੂੰ ਹਿਮਾਚਲ, ਤੇ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ ਜੀ। ਲਖੀਮਪੁਰ ਖੇੜੀ ਹਿੰਸਾ ਦੇ 4 ਦੋਸ਼ੀਆਂ ਦੀ ਜ਼ਮਾਨਤ ਉਹ ਰੱਦ ਹੋ ਗਈ। ਇਹ ਬਿਲਕੁਲ ਠੀਕ ਹੈ ਜੀ ਜੀ ਕਿ ਮਾਨਯੋਗ ਅਦਾਲਤ ਨੇ, ਇਲਾਹਾਬਾਦ ਅਦਾਲਤ ਦੇ ਜਸਟਿਸ ਨੇ ਦਿਨੇਸ਼ ਕੁਮਾਰ, ਉਹਨਾਂ ਨੇ ਇਸ ਮਾਮਲੇ ਦੇ 4 ਕਥਿਤ ਦੋਸ਼ੀ ਲਵ ਕੁਸ਼, ਅੰਕਿਤ ਦਾਸ, ਸੁਮਿਤ ਜੈਸਵਾਲ, ਸ਼ਿਸ਼ੂਪਾਲ, ਇਹਨਾਂ 4 ਦੀ ਜ਼ਮਾਨਤ ਅਰਜ਼ੀ ਖਾਰਜ ਕਰਤੀ ਹੈ। ਉਹ ਕਹਿੰਦੇ ਕਿ ਇਹ ਲੋਕ ਬਾਹਰ ਜਾ ਕੇ ਇਹ ਜਿਹੜੇ ਕੇਸ ਹੈ ਉਹਦੇ ਗਵਾਹਾਂ ਨੂੰ ਮੁਕਰਾ ਸਕਦੇ ਹੈ। ਮਾਨਯੋਗ ਇਲਾਹਾਬਾਦ ਕੋਰਟ ਨੇ ਇਹਦੇ ਤੇ ਜ਼ਮਾਨਤ ਦੇਣ ਤੋਂ ਨਾ ਕਰਤਾ। ਇਹ ਅਸਰ ਸੁਪਰੀਮ ਕੋਰਟ ਦਾ ਹੈ। ਪਹਿਲਾਂ ਉਹ ਅਜੇ ਮਿਸ਼ਰਾ ਟੋਨੀ ਦੇ ਸਪੂਤ, ਕੰਮ ਤਾਂ ਨਹੀਂ ਸਪੂਤਾਂ ਵਾਲੇ, ਉਹਦੇ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇਤੀ ਸੀ ਨਾ, ਤੇ ਜਦੋਂ ਸੁਪਰੀਮ ਕੋਰਟ ਨੇ ਰੱਦ ਕਰਤੀ ਤੇ ਹੁਣ ਹਾਈ ਕੋਰਟ 'ਚ ਕੀ ਜ਼ਰੂਰਤ ਆ ਉਹਨੂੰ ਜ਼ਮਾਨਤ ਦੇ ਦਿੱਤੀ ਜਾਵੇ। ਇਸ ਕਰਕੇ ਜਿਹੜਾ ਡੰਡਾ ਐਨ.ਵੀ. ਰਮੰਨਾ ਸਾਹਿਬ ਦਾ, ਹਿਮਾ ਕੋਹਲੀ ਸਾਹਿਬ ਦਾ, ਜਸਟਿਸ ਸੂਰਿਆਕਾਂਤ ਸਾਹਿਬ ਦਾ, ਉਹ ਤੋਂ ਡਰਦਿਆਂ ਨੇ ਇਹ ਜਿਹੜੀ ਜ਼ਮਾਨਤ ਹੈ ਇਹਨਾਂ 4 ਬੰਦਿਆਂ ਦੀ, ਇਲਾਹਾਬਾਦ ਜਿਹਨੂੰ ਇਹਨਾਂ ਨੇ ਪ੍ਰਗਿਆ ਰਾਜ ਕਹਿੰਦੇ ਨੇ, ਉਹਨਾਂ ਨੇ ਰੱਦ ਕਰ ਦਿੱਤੀ ਹੈ ਜੀ। ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ, ਬਹੁਤ ਬਹੁਤ ਮਿਹਰਬਾਨੀ ਰੀਨਾ ਇਹ ਸਨ ਜੀ। ਜਸਪਾਲ ਸਿੰਘ ਢਿੱਲੋਂ ਜੀ, ਜਿਹਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦੇ ਇਜਾਜ਼ਤ, ਧੰਨਵਾਦ।